बहुत बहुत स्वागत है पंजाब ਦੀਆਂ प्रमुख सियासी ਅਤੇ ਸਮਾਜਿਕ ਖਬਰਾਂ ਦੇ ਇਸ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇ ਵਿੱਚ ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਅਹਿਮ ਖਬਰ ਦੇ ਨਾਲ। ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਉਹਨਾਂ ਵਿਰੋਧੀ ਸਿਆਸੀ ਪਾਰਟੀਆਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰੋਪੋਗੰਡਾ ਕਰਨ ਦੇ ਇਲਜ਼ਾਮ ਲਗਾਏ ਨੇ। ਮਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਨੋਟਿਸ ਭੇजे जाने के मामले ਨੂੰ ਲੈ ਕੇ आम आदमी पार्टी ਨੂੰ साजिश के तहत बदनाम किया जा रहा है। उन्होंने कहा कि चरणजीत सिंह चन्नी की सरकार वेले किसानों ਨੂੰ वारंट जारी किए गए सन जिन्हों ਨੂੰ संभावी तौर पर सियासी बदलाखोरी के तहत अफसरों की मिली भुगत के नाल दोबारा तो ये वारंट रिन्यू किए गए तो किसानों ਨੂੰ ये वारंट जारी किए गए हैं। उन्होंने इल्जाम लगाया कि आम आदमी पार्टी ਨੂੰ बदनाम करने के लिए अजिहा किया गया। दिसंबर 2021 ਚ ਚੰਨੀ ਸਰਕਾਰ ਫਿਰੋਜ਼ਪੁਰ ਜ਼ਿਲ੍ਹੇ ਨਾਲ ਰਿਲੇਟਡ ਕੁਝ ਕਿਸਾਨਾਂ ਦੇ ਖਿਲਾਫ ਸਮਨ ਜਾਰੀ ਕਰ ਗਈ ਸੀ, ਉਹਨਾਂ ਨੂੰ ਡਿਫਾਲਟਰ ਘੋਸ਼ਿਤ ਕਰਦੇ ਹੋਏ। ਔਰ ਸਾਡੇ ਕੋ ਉਸ ਸੰਬੰਧੀ ਕਿ ਉਹ ਜਿਹੜੇ ਕਿਸਾਨਾਂ ਦੀ ਲਿਸਟ ਹੈ, ਲਿਸਟ ਤੋਂ ਇਲਾਵਾ ਜਿਹੜੇ ਸਮਨ ਜਾਰੀ ਹੋਏ ਆ, मैं मीडिया के दोस्तों जरूर दिखाऊंगा। जेडे 2019 20 ईवन 18 च भी जेडे किसानां दे खिलाफ कांग्रेस सरकार ने समन जारी कीते सी, वारंट जारी कीते सी, ओदियां कापियां भी साडे को अवेलेबल है और बैंक लिस्ट भी अवेलेबल है साडे को। जेडे जेडे उन्होंने डिफाल्टर लिस्ट च पाए आ। होया की है कि कांग्रेस ने पंजाब के लोगों को भंबल भूसे च पाई रखिया भी असी किसानां दे करजे माफ करांगे। और कई थावां ते किसानां ने इस उम्मीद नाल कि आने वाले टाइम साडे जिहड़े करजे माफ हो जाणगे, नहीं भरे होणगे हो सकदा। लेकिन करतूत कांग्रेस दी देख लो, दिसंबर 2021 च वो समन जारी कर गए, अरेस्ट वारंट जारी कर गए। ਕਿਸਾਨਾਂ ਨੂੰ ਵਾਰੰਟ ਭੇਜੇ ਜਾਣ ਦੇ ਮਾਮਲੇ ਨੂੰ ਲੈ ਕੇ ਸੂਬੇ ਦੇ ਵਿੱਚ ਸਿਆਸਤ ਲਗਾਤਾਰ ਗਰਮ ਹੈ। ਜਿੱਥੇ ਆਮ ਆਦਮੀ ਪਾਰਟੀ ਵੱਲੋਂ ਸਪਸ਼ਟੀਕਰਨ ਦਿੱਤਾ ਜਾ ਰਿਹਾ, ਉੱਥੇ ਦੂਜੇ ਪਾਸੇ ਵਿਰੋਧੀ ਸਿਆਸੀ ਪਾਰਟੀ ਦੇ ਆਗੂਆਂ ਵੱਲੋਂ ਲਗਾਤਾਰ ਸਰਕਾਰ ਦਾ ਇਸ ਮੁੱਦੇ ਨੂੰ ਲੈ ਕੇ ਘਿਰਾਓ ਕੀਤਾ ਜਾ ਰਿਹਾ ਤੇ ਸਰਕਾਰ ਨੂੰ ਕਿਸਾਨ ਵਿਰੋਧੀ ਤੱਕ ਕਰਾਰ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਜਾਣ ਲੈਂਦੇ ਹਾਂ ਇਸ ਕਿਸਮ ਦੀ ਜੋ ਸਿਆਸਤ ਹੋ ਰਹੀ ਹੈ ਕਿਸਾਨਾਂ ਨੂੰ ਭੇਜੇ ਵਾਰੰਟ ਨੂੰ ਲੈ ਕੇ। ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਦਾ ਕੀ ਪ੍ਰਤੀਕਰਮ ਹੈ। ਡੱਲਾ ਸਾਹਿਬ, ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹਰਪਾਲ ਸਿੰਘ ਚੀਮਾ ਹੁਣੇ ਸਪਸ਼ਟੀਕਰਨ ਦਿੱਤਾ ਤੇ ਹੁਣ ਮਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ, ਕਿਵੇਂ ਦੇਖਦੇ ਹੋ ਉਹਨਾਂ ਬਿਆਨਾਂ ਨੂੰ? ਦੇਖੋ, ਇਹ ਬਹੁਤ ਵੱਡੀ ਗੱਲ ਨਿਕਲ ਕੇ ਆਈ ਹੈ। ਨਵਜੋਤ ਸਿੰਘ ਸਿੱਧੂ ਨੇ ਜਦੋਂ ਕਾਂਗਰਸ ਭਵਨ 'ਚ ਪਰਸੋਂ ਕਿਹਾ ਸੀ ਕਿ ਪਿਛਲੇ 5 ਸਾਲ ਮਾਫੀਆ ਰਾਜ ਚੱਲਦਾ ਰਿਹਾ ਤੇ ਕਈ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੂੰ ਇਸ ਗੱਲ ਦਾ ਬੁਰਾ ਲੱਗਿਆ। ਇਹ ਇਲਜ਼ਾਮਾਂ ਦੀ ਜਾਂਚ ਹੀ ਹੋ ਜਾਣੀ ਚਾਹੀਦੀ ਹੈ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੋ ਜਾਣ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੇ ਵਿਰੋਧੀ ਹੋ ਜਾਣ। ਪਿਛਲੇ ਕਾਂਗਰਸ ਸਰਕਾਰ ਦੇ 5 ਸਾਲਾਂ ਦੀ ਜਾਂਚ ਹੋ ਜਾਣੀ ਚਾਹੀਦੀ ਹੈ। ਜੇ ਮਾਫੀਆ ਰਾਜ ਸੀ ਤੇ ਉਹਨਾਂ ਨੂੰ ਸਜ਼ਾਵਾਂ ਮਿਲਣਾ ਚਾਹੀਦੀ ਹੈ। ਉਹ ਜਿਹੜੇ ਚੰਗੇ ਸੀ ਪਿਛਲੀ ਸਰਕਾਰ ਵਾਲੇ, ਉਹਨਾਂ ਦੇ ਸਿਰ ਤੇ ਤਾਜ ਰੱਖੋ। ਜਿਹੜੇ ਮਾਫੀਆ ਸੀ ਉਹਨਾਂ ਦੇ ਸਿਰਾਂ ਦੇ ਤਾਜ ਲਾਓ। ਸਿਰਾਂ ਦੇ ਤਾਜ ਮਤਲਬ ਕਿ ਉਹਨਾਂ ਦੇ ਜਿਹੜੇ ਕਰਪਸ਼ਨ ਉਹਨਾਂ ਨੇ ਕੀਤੀ ਹੈ ਉਹਦੀ ਬਣਦੀ ਉਹਨਾਂ ਨੂੰ ਸਜ਼ਾ ਦਿਓ। ਹੁਣ ਸਵਾਲ ਇਹ ਹੈ ਕਿ ਮਲਵਿੰਦਰ ਸਿੰਘ ਕੰਗ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ, ਮੁੱਖ ਬੁਲਾਰੇ ਨੇ, ਉਹਨਾਂ ਨੇ ਗੱਲ ਵੱਡੀ ਕਰਤੀ। ਜਿਹੜਾ ਰੌਲਾ ਪੈ ਰਿਹਾ ਸੀ ਕਈ ਦਿਨਾਂ ਦਾ, ਕਿਸਾਨਾਂ ਨੂੰ ਵਾਰੰਟ ਆ ਗਏ, ਗ੍ਰਿਫਤਾਰੀਆਂ ਦੀ ਤਲਵਾਰ ਲਟਕ ਰਹੀ ਹੈ, ਆਮ ਆਦਮੀ ਪਾਰਟੀ ਨੇ ਵਾਰੰਟ ਕੱਢਤੇ। ਮਲਵਿੰਦਰ ਕੰਗ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ। ਕਹਿੰਦੇ ਚਰਨਜੀਤ ਚੰਨੀ ਵੇਲੇ ਵੀ ਫਿਰੋਜ਼ਪੁਰ 'ਚ ਵਾਰੰਟ ਜਾਰੀ ਕੀਤੇ ਗਏ ਸੀ। ਚੰਨੀ ਸਰਕਾਰ 'ਚ ਪ੍ਰੋਸੈਸ ਸ਼ੁਰੂ ਹੋ ਗਿਆ ਸੀ ਵਾਰੰਟ ਜਾਰੀ ਹੋਣ ਦਾ। ਹੁਣ ਚਰਨਜੀਤ ਚੰਨੀ ਇਹਦੇ ਤੇ ਜਵਾਬ ਦੇਣਗੇ, ਕੈਪਟਨ ਅਮਰਿੰਦਰ ਇਹਦੇ ਤੇ ਜਵਾਬ ਦੇਣਗੇ। ਜਿਹੜੇ ਕਹਿੰਦੇ ਸੀ ਵੀ ਤੁਸੀਂ ਕਿਸ਼ਤਾਂ ਨਾ ਮੋੜੋ, ਅਸੀਂ ਕਰਜ਼ਾ ਤੁਹਾਡਾ ਵਾਪਸ ਮੋੜਾਂਗੇ। ਕਿਸਾਨ ਡਿਫਾਲਟਰ ਕਰਾਤੇ, ਉਹਨਾਂ ਦੇ ਕਿਸ਼ਤਾਂ ਨਹੀਂ ਉਹਨਾਂ ਨੇ ਮੋੜੀਆਂ ਸਰਕਾਰਾਂ ਦੇ ਕਹਿਣ ਤੇ, ਪਿਛਲੀ ਸਰਕਾਰ ਦੇ। ਤੇ ਇਹ ਬੜੀ ਚੰਗੀ ਗੱਲ ਹੈ, ਮਲਵਿੰਦਰ ਕੰਗ ਉਹਨਾਂ ਨੇ ਪੂਰੀ ਗੱਲ ਦਾ ਖੁਲਾਸਾ ਕਰਤਾ। ਨਵਜੋਤ ਸਿੰਘ ਸਿੱਧੂ ਦੀ ਕਹੀ ਗੱਲ ਤੇ ਵੀ ਮੋਹਰ ਲੱਗਦੀ ਆ ਵੀ ਮਾਫੀਆ ਚੱਲ ਰਿਹਾ ਸੀ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ 'ਚ। ਬੜਾ ਦੁੱਖ ਲੱਗਦਾ ਕਈ ਕਾਂਗਰਸ ਦੇ ਲੀਡਰਾਂ ਨੂੰ ਜਦੋਂ ਸਿੱਧੂ ਕਹਿੰਦਾ ਕਿ ਮਾਫੀਆ ਚੱਲਦਾ ਸੀ। ਮਲਵਿੰਦਰ ਕੰਗ ਨੇ ਖੁਲਾਸਾ ਕੀਤਾ, ਭਗਵੰਤ ਮਾਨ ਦੀ ਸਰਕਾਰ ਦਾ ਫੈਸਲਾ ਚੰਗਾ ਕਿ ਅਸੀਂ ਕਿਸੇ ਦੀ ਗ੍ਰਿਫਤਾਰੀ ਨਹੀਂ ਕਰਾਂਗੇ, ਅਸੀਂ ਵਾਰੰਟ ਰੋਕਾਂਗੇ। ਰੀਹੈਬਿਲਿਟੇਸ਼ਨ ਕੀਤੀ ਜਾਣੀ ਚਾਹੀਦੀ ਹੈ ਐਗਰੀਕਲਚਰ ਸੈਕਟਰ ਦੀ। ਨੀਤੀਗਤ
ਨੀਤੀਗਤ ਢਾਂਚਾ ਖੜਾ ਕਰਨਾ ਪੈਣਾ ਹੈ ਭਗਵੰਤ ਮਾਨ ਉਹਨਾਂ ਨੂੰ, ਔਰ ਹੁਣੇ ਤੋਂ ਮਿਹਨਤ ਕਰਨੀ ਪੈਣੀ ਹੈ ਐਗਰੀਕਲਚਰ ਪਾਲਿਸੀ ਤੇ, ਤਾਂ ਕਿਸਾਨ ਕਰਜ਼ੇ ਔਰ ਕਿਸਾਨਾਂ ਦੀ ਸਮੱਸਿਆ ਤੋਂ ਅਸੀਂ ਬਾਹਰ ਨਿਕਲਾਂਗੇ। ਸੂਬਾ ਸਰਕਾਰ ਵੱਲੋਂ ਜੁਗਾੜੂ ਰੇਹੜੀਆਂ ਬੰਦ ਕਰਨ ਦਾ ਜੋ ਫੈਸਲਾ ਲਿਆ ਗਿਆ ਸੀ, ਉਸ ਤੇ ਸਰਕਾਰ ਹੁਣ ਢਿੱਲੀ ਪੈਂਦੀ ਹੋਈ ਨਜ਼ਰ ਆ ਰਹੀ ਹੈ। ADGP ਵੱਲੋਂ ਜ਼ਿਲ੍ਹਾ ਪੁਲਿਸ ਕਮਿਸ਼ਨਰਾਂ ਅਤੇ SSPs ਨੂੰ ਇੱਕ ਲੈਟਰ ਲਿਖਿਆ ਗਿਆ, ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਜੋ ਖੱਤ ਲਿਖਿਆ ਗਿਆ ਸੀ ਉਸ ਦੇ ਵਿੱਚ ਜੁਗਾੜੂ ਰੇਹੜੀਆਂ ਬੰਦ ਕਰਨ ਦੇ ਲਈ ਕਿਹਾ ਗਿਆ ਸੀ, ਤੇ ਇਸ ਚਿੱਠੀ ਤੋਂ ਬਾਅਦ ਇਹ ਪ੍ਰੈਕਟਿਸ ਬੰਦ ਕੀਤੀ ਜਾਵੇ ਅਗਲੇ ਹੁਕਮਾਂ ਤੱਕ। ਯਾਨੀ ਕਿ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲੈ ਲਿਆ ਤੇ ਸਮੂਹ ਪੁਲਿਸ ਮੁਖੀਆਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਇਹ ਚਿੱਠੀ ਭੇਜੀ ਗਈ ਹੈ ਕਿ ਜੁਗਾੜੂ ਰੇਹੜੀਆਂ ਦੇ ਖਿਲਾਫ ਬੰਦ ਕਰਨ ਦੀ ਕਾਰਵਾਈ ਨਾ ਕੀਤੀ ਜਾਵੇ। ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਇਸ ਸੰਬੰਧੀ ਸਾਰੇ ਪੰਜਾਬ ਰਾਜ ਵਿੱਚ ਆਪ ਦੇ ਅਧੀਨ ਤਾਇਨਾਤ ਟ੍ਰੈਫਿਕ ਐਜੂਕੇਸ਼ਨ ਸੈੱਲਾਂ ਰਾਹੀਂ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾਵੇ ਕਿ ਮੋਟਰ ਵਹੀਕਲ ਐਕਟ, ਮਾਨਯੋਗ ਸੁਪਰੀਮ ਕੋਰਟ ਭਾਰਤ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਅਜਿਹੀਆਂ ਗੱਡੀਆਂ ਰੇਹੜੀਆਂ ਬਣਾ ਕੇ ਨਾ ਚਲਾਈਆਂ ਜਾਣ, ਕਿਉਂਕਿ ਇਹ ਗੈਰ ਕਾਨੂੰਨੀ ਹੈ। ਸੋ ਸਰਕਾਰ ਵੱਲੋਂ ਇਹ ਸਪਸ਼ਟ ਵੀ ਕੀਤਾ ਗਿਆ ਹੈ ਕਿ ਇਹ ਗੈਰ ਕਾਨੂੰਨੀ ਹੈ, ਅਜਿਹੀਆਂ ਰੇਹੜੀਆਂ ਨਾ ਚਲਾਈਆਂ ਜਾਣ, ਪਰ ਫੌਰੀ ਤੌਰ ਤੇ ਰੇਹੜੀਆਂ ਨੂੰ ਬੰਦ ਕੀਤੇ ਜਾਣ ਦੇ ਹੁਕਮ ਵਾਪਸ ਲੈ ਲਏ ਗਏ ਨੇ। ਤੇ ਜੁਗਾੜੂ ਰੇਹੜੀਆਂ ਨੂੰ ਬੰਦ ਕੀਤੇ ਜਾਣ ਦੇ ਫੈਸਲੇ ਨੂੰ ਵਾਪਸ ਲਏ ਜਾਣ ਤੇ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਦਾ ਕੀ ਪ੍ਰਤੀਕਰਮ ਹੈ, ਜਾਣ ਲੈਂਦੇ ਹਾਂ। ਡੱਲਾ ਸਾਹਿਬ, ਕਿਵੇਂ ਦੇਖਦੇ ਹੋ ਸਰਕਾਰ ਦੇ ਇਸ ਫੈਸਲੇ ਨੂੰ? ਸਰਕਾਰ ਨੇ ਰੇਹੜੀਆਂ ਬੰਦ ਕਰਨ ਦਾ ਫੈਸਲਾ ਵਾਪਸ ਲੈ ਲਿਆ, ਕਿਵੇਂ ਦੇਖਦੇ ਹੋ? ਜਗਦੀਸ਼ ਜੀ, ਹੁਣੇ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਕੱਲ ਪਾਬੰਦੀ ਲਗਾਈ ਗਈ ਸੀ ਕਿ ਬਿਲਕੁਲ ਬੈਨ ਨੇ ਜਿਹੜੇ ਸਾਡੇ ਮੋਟਰ ਰੇਹੜੀ ਵਾਲੇ ਨੇ, ਜਿਹੜੀਆਂ ਰੇਹੜੀਆਂ ਜਿਨ੍ਹਾਂ ਦੇ ਅੱਗੇ ਮੋਟਰਾਂ ਲੱਗੀਆਂ ਨੇ ਜਾਂ ਮੋਟਰਸਾਈਕਲ ਲੱਗੇ ਨੇ, ਅਸਲ 'ਚ ਕਾਨੂੰਨ ਦੇ ਰੂਪ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵਿਚਾਰ ਕੇ ਮੋਟਰ ਵਹੀਕਲ ਐਕਟ ਦੀਆਂ ਕੋਈ ਧਾਰਾਵਾਂ ਲੱਭ ਕੇ ਜਾਂ ਕੋਈ ਖਾਸ ਸੰਵਿਧਾਨਿਕ ਸੋਧ ਕਰਨ ਵਾਲੇ ਪਾਸੇ ਸੋਚਿਆ ਜਾਣਾ ਚਾਹੀਦਾ, ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਔਰ ਸਾਡੀ ਐਗਰੀਕਲਚਰ ਹੈ ਜਿਹੜੀ, ਉਹਦੇ ਵਿੱਚ ਜਿਹੜੇ ਇਹ ਜੁਗਾੜ ਨੇ ਨਾ, ਇਹ ਜੁਗਾੜ ਬੜੇ ਪੋਜ਼ਿਟਿਵ ਨੇ, ਇਹਨਾਂ ਨੂੰ ਚੰਗੇ ਸ਼ਬਦਾਂ ਦੇ ਤੌਰ ਤੇ ਦੇਖਿਆ ਜਾਣਾ ਚਾਹੀਦਾ। ਇਹਨਾਂ ਜੁਗਾੜਾਂ ਨੇ ਪੰਜਾਬ ਦੀ ਆਰਥਿਕਤਾ ਨੂੰ ਬਹੁਤ ਖੁਲਾਰਾ ਦਿੱਤਾ ਹੈ, ਬਹੁਤ ਤਾਕਤ ਦਿੱਤੀ ਹੈ। ਇਹ ਜੁਗਾੜ ਰੁਜ਼ਗਾਰ ਦਾ ਸਾਧਨ ਨੇ, ਜਿਹੜੇ ਰੁਜ਼ਗਾਰ ਸਰਕਾਰਾਂ ਨਹੀਂ ਦੇ ਸਕੀਆਂ। ਸਿਰਫ ਇਹ ਕਹਿ ਦੇਣਾ ਕਿ ਇਹਨਾਂ ਜੁਗਾੜਾਂ ਕਰਕੇ ਐਕਸੀਡੈਂਟਾਂ ਦਾ ਖਤਰਾ ਹੈ, ਮੋਟਰ ਵਹੀਕਲ ਐਕਟ ਨੂੰ ਮੁਕੰਮਲ ਤੌਰ ਦੇ ਉੱਤੇ ਲਾਗੂ ਕਰਨ ਲਈ ਹੋਰ ਬਹੁਤ ਕਮੀਆਂ ਨੇ, ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ। ਚੰਗੀ ਗੱਲ ਹੈ ਕਿ ਸਰਕਾਰ ਨੇ ਇਸ ਫੈਸਲੇ ਨੂੰ ਕਿਤੇ ਨਾ ਕਿਤੇ ਵਾਪਸ ਲਿਆ, ਕਿਉਂਕਿ ਪੰਜਾਬ ਭਰ 'ਚ ਜਿਹੜੇ ਲੋਕ ਨੇ ਉਹ ਵਿਰੋਧ 'ਚ ਆ ਗਏ ਸੀ ਸਰਕਾਰ ਦੇ ਫੈਸਲੇ ਦੇ। ਮੈਨੂੰ ਇਹ ਲੱਗਦਾ ਕਿ ਸਰਕਾਰ ਜਦੋਂ ਅਜਿਹੇ ਫੈਸਲੇ ਲੈਂਦੀ ਹੈ ਤਾਂ ਪਹਿਲਾਂ ਨੀਤੀਗਤ ਵਿਚਾਰ ਹੋਣਾ ਬੜਾ ਜ਼ਰੂਰੀ ਹੈ। ਹੁਣ ਵੀ ਵਕਤ ਹੈ, ਹੁਣ ਸਰਕਾਰ ਚੁੱਪ ਕਰਕੇ ਨਾ ਬਹਿ ਜੇ, ਹੁਣ ਵਕਤ ਹੈ ਪਛਾਣ ਕੀਤੀ ਜਾਵੇ ਕਿ ਕਿੰਨੇ ਜੁਗਾੜੂ ਰੇਹੜੀਆਂ ਸਾਡੇ ਮੋਟਰਸਾਈਕਲ ਵਾਲੀਆਂ ਰੇਹੜੀਆਂ ਪੰਜਾਬ 'ਚ ਚੱਲਦੀਆਂ ਨੇ। 50,000 ਨੇ, 1 ਲੱਖ ਨੇ, 2 ਲੱਖ ਨੇ। ਸਰਕਾਰ ਨੀਤੀਗਤ ਰੀਹੈਬਿਲਿਟੇਸ਼ਨ ਦਾ ਪ੍ਰੋਸੈਸ ਸ਼ੁਰੂ ਕਰੇ, ਉਹਨਾਂ ਦੀ ਪਛਾਣ ਕਰੇ ਔਰ ਉਸ ਤੋਂ ਬਾਅਦ ਸਰਕਾਰ ਕੋਈ ਬੰਦੋਬਸਤ ਕਰੇ ਕੰਪਨੀਆਂ ਨਾਲ ਗੱਲ ਕਰਕੇ ਕਿ ਕਿਵੇਂ ਇਹਨਾਂ ਨੂੰ ਇਹਨਾਂ ਜੁਗਾੜਾਂ ਤੋਂ ਪੂਰੀ ਰੇਹੜੀ ਦੇ ਤੌਰ ਦੇ ਉੱਤੇ ਤਬਦੀਲ ਕਰੀਏ, ਇਲੈਕਟ੍ਰੋਨਿਕ ਵਹੀਕਲ ਇਹਨਾਂ ਨੂੰ ਦਈਏ। ਇਹ ਹੁੰਦੀ ਹੈ ਨੀਤੀ ਜਿੱਥੇ ਪਬਲਿਕ ਵੈਲਫੇਅਰ ਦੀ ਗੱਲ ਇਸਟੈਬਲਿਸ਼ ਹੁੰਦੀ ਹੈ, ਜਾ ਕੇ ਸਥਾਪਿਤ ਹੁੰਦੀ ਹੈ ਕਿ ਕਿਵੇਂ ਅਸੀਂ ਰੀਹੈਬਿਲਿਟੇਸ਼ਨ ਕਰਨੀ ਹੈ, ਪੁਨਰ ਉਥਾਨ ਕਰਨਾ ਹੈ। ਠੀਕ ਹੈ, ਇਹ ਫੈਸਲਾ ਚੰਗਾ ਭਗਵੰਤ ਮਾਨ ਦੀ ਸਰਕਾਰ ਦਾ। ਪਹਿਲਾਂ ਜਿਹੜਾ ਫੈਸਲਾ ਲਿਆ ਸੀ ਕਾਹਲੀ 'ਚ ਲਿਆ ਸੀ, ਕਾਹਲੀ ਕਰਨ ਦੀ ਲੋੜ ਨਹੀਂ, ਕਾਹਲੀ ਅੱਗੇ ਟੋਏ। ਇੱਕ ਖੁਸ਼ੀ ਦੀ ਗੱਲ ਹੈ ਕਿ ਭਗਵੰਤ ਮਾਨ ਦੀ ਸਰਕਾਰ ਘੱਟੋ ਘੱਟ ਜਲਦੀ ਗੱਲ ਸੁਣ ਲੈਂਦੀ ਹੈ। ਇਹ ਫਰਕ ਜ਼ਰੂਰ ਇੱਕ ਬਦਲਾਅ ਹੈ। ਅਗਰ ਕੈਪਟਨ ਅਮਰਿੰਦਰ ਹੁੰਦੇ ਜਾਂ ਅਕਾਲੀ BJP ਵਾਲੇ ਹੁੰਦੇ, ਕਈ ਦਿਨ ਅੰਦੋਲਨ ਹੋਣਾ ਸੀ, ਫਿਰ ਕਿਤੇ ਜਾ ਕੇ ਗੱਲ ਸੁਣੀ ਜਾਣੀ ਸੀ। ਸੋ ਪਹਿਲੇ ਦਿਨ ਹੀ ਭਗਵੰਤ ਮਾਨ ਨੇ ਗੱਲ ਸੁਣ ਲਈ, ਵਧਾਈ ਦੇ ਪਾਤਰ ਨੇ ਭਗਵੰਤ ਮਾਨ। ਹੁਣ ਰੀਹੈਬਿਲਿਟੇਸ਼ਨ ਦੀ ਪਾਲਿਸੀ ਬਣਾ ਦੇਣ, ਇਹਨਾਂ ਲੋਕਾਂ ਨੂੰ 1 ਸਾਲ ਦਾ ਸਮਾਂ ਦੇਣ, ਰੀਹੈਬਿਲਿਟੇਸ਼ਨ ਦੀ ਪਾਲਿਸੀ ਬਣਾਉਣ, ਇਹਨਾਂ ਨੂੰ ਵਿੱਤੀ ਮਦਦ ਕਰਨ, ਸਰਕਾਰ ਸਬਸਿਡੀ ਦੇਵੇ ਔਰ ਇਹਨਾਂ ਲੋਕਾਂ ਨੂੰ ਜਿਹੜੇ ਓਰੀਜਨਲ ਵਹੀਕਲ ਨੇ ਰੇਹੜੀਆਂ ਵਰਗੇ ਉਹ ਪ੍ਰੋਵਾਈਡ ਕੀਤੇ ਜਾਣ, ਕਿਉਂਕਿ ਇਹ ਰੁਜ਼ਗਾਰ ਹੈ ਲੱਖਾਂ ਲੋਕਾਂ ਦੇ ਪੰਜਾਬ ਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪਹੁੰਚੇ, ਜਿੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਸੂਬੇ ਦੇ ਵਿੱਚ ਰੁਜ਼ਗਾਰ ਪੈਦਾ ਕਰਨ ਦੀ ਲੋੜ ਤੇ ਜ਼ੋਰ ਦੇਣ ਦੀ ਗੱਲ ਆਖੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਵਿੱਚ ਇੰਡਸਟਰੀ ਨੂੰ ਲਿਆਂਦਾ ਜਾਵੇਗਾ ਅਤੇ ਮਲਟੀਨੇਸ਼ਨਲ ਕੰਪਨੀਆਂ ਨੂੰ ਵੀ ਸੂਬੇ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਨੌਜਵਾਨਾਂ ਦੇ ਲਈ ਰੁਜ਼ਗਾਰ ਪੈਦਾ ਕੀਤਾ ਜਾ ਸਕੇ। ਲਗਾਤਾਰ ਵਿਦੇਸ਼ਾਂ ਵੱਲ ਜਾ ਰਹੇ ਨੌਜਵਾਨਾਂ ਨੂੰ ਰੋਕਣ ਦੀ ਗੱਲ ਵੀ ਭਗਵੰਤ ਮਾਨ ਨੇ ਇਸ ਸੰਬੋਧਨ ਰਾਹੀਂ ਕੀਤੀ ਹੈ। ਇੰਡਸਟਰੀ ਲੈ ਕੇ ਆਵਾਂਗੇ, ਇੱਥੇ ਮਲਟੀਨੈਸ਼ਨਲ ਕੰਪਨੀਆਂ ਇੱਥੇ ਬੁਲਾਵਾਂਗੇ, ਡਿਗਰੀਆਂ ਮੁਤਾਬਕ ਕੰਮ ਮਿਲੇ। ਇਹ ਨਾ ਹੋਵੇ
ਕਿ M.Tech ਕਰਕੇ ਅਸੀਂ ਕੋਈ 10ਵੀਂ ਪਾਸ ਵਾਲੀ ਜਿਹੜੀ ਡਿਗਰੀ ਹੈ ਉਸ ਲੈਵਲ ਦੀ ਉਹ ਕਰ ਰਹੇ ਹਾਂ, ਨੌਕਰੀ ਜਿਹੜੀ ਹੈ। ਸੋ ਡਿਗਰੀ ਮੁਤਾਬਕ ਕੰਮ ਮਿਲੇ ਤਾਂ ਕੋਈ ਵੀ ਬੰਦਾ ਪੰਜਾਬ ਵਰਗੀ ਪਵਿੱਤਰ ਧਰਤੀ ਨੂੰ ਛੱਡ ਕੇ ਜਾਣ ਦੀ ਸੋਚੂਗਾ ਨਹੀਂ। ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਹੈ, ਗੁਰੂ ਨਾਨਕ ਸਾਹਿਬ ਦੀ ਧਰਤੀ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ। ਇਸ ਧਰਤੀ ਨੂੰ ਛੱਡ ਕੇ ਨਹੀਂ ਜਾਣਾ। ਅਬਦੁਲ ਕਲਾਮ ਜੀ ਨੇ ਬੜਾ ਵਧੀਆ ਇੱਕ ਕੋਟ ਇਹਨਾਂ ਦਾ ਬੜਾ ਵਧੀਆ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ 'ਚ ਆਉਂਦੇ ਨੇ, ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ 'ਚ ਆਉਂਦੇ ਨੇ, ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ। ਸੋ ਦੇਸ਼ ਲਈ ਕੁਝ ਕਰਨ ਦਾ ਸੁਪਨਾ, ਦੇਸ਼ ਦੇ ਝੰਡੇ ਨੂੰ ਹੋਰ ਉੱਚਾ ਚੱਕਣ ਦਾ ਸੁਪਨਾ, ਆਪਣੇ ਪਿੰਡ ਦਾ, ਆਪਣੇ ਸ਼ਹਿਰ ਦਾ, ਆਪਣੇ ਮਾਪਿਆਂ ਦਾ, ਆਪਣੀ ਸਟੇਟ ਦਾ, ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਦਾ ਸੁਪਨਾ, ਇਹੋ ਜਿਹੇ ਸੁਪਨੇ ਲਓ ਜਿਨ੍ਹਾਂ ਸੁਪਨਿਆਂ ਕਰਕੇ ਜਿੰਨਾ ਚਿਰ ਉਹ ਪੂਰੇ ਨਹੀਂ ਹੁੰਦੇ ਉਹਨਾਂ ਚਿਰ ਨੀਂਦ ਨਾ ਪ੍ਰੋਪਰ ਆਵੇ। ਫਿਰ ਹਾਲਾਂਕਿ ਸੀਐਮ ਭਗਵੰਤ ਮਾਨ ਵੱਲੋਂ ਜੁਗਾੜੂ ਰੇਹੜੀਆਂ ਨੂੰ ਬੰਦ ਕੀਤੇ ਜਾਣ ਦੇ ਫੈਸਲੇ ਨੂੰ ਵਾਪਸ ਲੈ ਲਿਆ ਗਿਆ, ਪਰ ਇਸ ਦਾ ਵਿਆਪਕ ਪੱਧਰ ਤੇ ਵਿਰੋਧ ਹੋਇਆ ਹੈ ਅਤੇ ਇਸ ਫੈਸਲੇ ਨੂੰ ਲੈ ਕੇ ਭਗਵੰਤ ਮਾਨ ਦੇ ਇਸ ਫੈਸਲੇ ਨੂੰ ਵਾਪਸ ਲੈਣ ਤੋਂ ਪਹਿਲਾਂ ਜੋ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੁਆਰਾ ਦਿੱਤਾ ਗਿਆ ਸੀ ਉਸ ਨੂੰ ਵੀ ਇੱਕ ਵਾਰੀ ਸੁਣ ਲੈਂਦੇ ਹਾਂ। ਪੰਜਾਬ ਸਰਕਾਰ ਨੇ ਜਿਹੜਾ ਜੁਗਾੜ ਰੇਹੜੀ ਵਾਲਿਆਂ ਨੂੰ ਬੰਦ ਕਰਨ ਦਾ ਆਰਡਰ ਕੀਤਾ, ਉਹਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆਪਣੀ ਹਿੰਮਤ ਨਾਲ ਰੋਟੀ ਰੋਜੀ ਕਮਾ ਰਹੇ ਲੋਕ ਹੈ ਉਹਨਾਂ ਦਾ ਰੁਜ਼ਗਾਰ ਬੰਦ ਕਰ ਦਿੱਤਾ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕੋਈ ਇਹੋ ਜਿਹਾ ਹੁਕਮ ਕਰਨ ਤੋਂ ਪਹਿਲਾਂ ਥੱਲੇ ਜ਼ਮੀਨੀ ਹਕੀਕਤ ਦੇਖ ਲਿਆ ਕਰੋ। ਤੁਹਾਡੇ ਕੋਲ ਕੀ ਪਲਾਨ ਹੈ ਕਿ ਇਹਨਾਂ ਲੋਕਾਂ ਦਾ ਦੁਬਾਰਾ ਜਿਹੜਾ ਮੁੜ ਸੇਵਾ ਕਿਵੇਂ ਕੀਤਾ ਜਾ ਸਕਦਾ? ਪਹਿਲਾਂ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਜੇ ਕਿਸੇ ਨੂੰ ਰੁਜ਼ਗਾਰ ਤੁਸੀਂ ਦੇ ਨਹੀਂ ਸਕਦੇ ਤੇ ਜਿਹੜਾ ਕੋਈ ਆਪਣੇ ਆਪ ਮਿਹਨਤ ਕਰਕੇ ਰੁਜ਼ਗਾਰ ਕਮਾ ਰਿਹਾ ਉਹਦਾ ਰੁਜ਼ਗਾਰ ਖੋਵੋ ਨਾ। ਕੋਈ ਸਬਜ਼ੀ ਵੇਚ ਰਿਹਾ, ਕੋਈ ਫਰੂਟ ਵੇਚ ਰਿਹਾ, ਕੋਈ ਹੋਰ ਛੋਟੀਆਂ ਚੀਜ਼ਾਂ ਵੇਚ ਰਿਹਾ, ਕੋਈ ਗੰਨੇ ਦਾ ਜੂਸ ਵੇਚ ਰਿਹਾ, ਆਪਣੀ ਰੋਟੀ ਰੋਜੀ ਕਮਾ ਰਿਹਾ। ਪਹਿਲਾਂ ਉਹਨਾਂ ਦਾ ਕੋਈ ਹੱਲ ਸੋਚੋ ਰੋਟੀ ਰੋਜੀ ਦਾ, ਫਿਰ ਇਹੋ ਜਿਹੇ ਹੁਕਮ ਕਰਿਆ ਕਰੋ। ਇਹ ਹੁਕਮ ਮੁੱਖ ਮੰਤਰੀ ਸਾਹਿਬ ਨੂੰ ਤੁਰੰਤ ਵਾਪਸ ਕਰਨੇ ਚਾਹੀਦੇ। ਜੁਗਾੜੂ ਰੇਹੜੀਆਂ ਦੇ ਖਿਲਾਫ ਜਾਰੀ ਕੀਤੇ ਗਏ ਸਰਕਾਰੀ ਫਰਮਾਨ ਨੂੰ ਵਾਪਸ ਲੈ ਲਿਆ ਗਿਆ, ਪਰ ਇਸ ਤੋਂ ਪਹਿਲਾਂ ਸੂਬੇ ਦੇ ਵਿੱਚ ਕਈ ਜਗ੍ਹਾ ਤੇ ਜੁਗਾੜੂ ਰੇਹੜੀਆਂ ਦੇ ਜੋ ਮਾਲਕ ਨੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਨੇ। ਸੋ ਬਰਨਾਲਾ ਵਿਖੇ ਵੀ ਅਜਿਹਾ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਰੋਸ ਪ੍ਰਦਰਸ਼ਨ ਦੇ ਵਿੱਚ ਰੇਹੜੀ ਮਾਲਕਾਂ ਵੱਲੋਂ ਜੋ ਮੰਗਾਂ ਕੀਤੀਆਂ ਗਈਆਂ ਨੇ ਉਹਨਾਂ ਮੰਗਾਂ ਨੂੰ ਵੀ ਜਾਣ ਲੈਂਦੇ ਹਾਂ। ਇਹ ਬਹੁਤ ਮੰਦਭਾਗੀ ਘਟਨਾ ਗਈ ਜੀ, ਜਿਹੜੀ ਗਰੀਬਾਂ ਨਾਲ ਧੱਕਾ ਹੋ ਰਿਹਾ ਹੈਗਾ। ਇਹ ਰੁਜ਼ਗਾਰ ਹੈ, ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਇੱਕ ਪਾਸੇ ਇਹ ਬੰਦ ਕਰਕੇ ਨੌਜਵਾਨਾਂ ਤੋਂ ਰੁਜ਼ਗਾਰ ਖੋਇਆ ਜਾ ਰਿਹਾ ਹੈਗਾ। ਤੇ ਜੇ ਸਾਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ ਜਾਂ ਪ੍ਰਾਈਵੇਟ ਨੌਕਰੀ ਨਹੀਂ ਮਿਲਦੀਗੀ, ਅਸੀਂ ਆਪਣਾ ਕੋਈ 40-50 ਹਜ਼ਾਰ ਰੁਪਇਆ ਲੋਨ ਲੈ ਕੇ ਜਾਂ ਕੋਈ ਟੂਮ ਗਹਿਣੇ ਰੱਖ ਕੇ ਬਣਵਾ ਲਿਆ, ਆਪਣਾ ਰੁਜ਼ਗਾਰ ਲੱਭ ਲਿਆ, ਤਾਂ ਸਾਡੇ ਰੁਜ਼ਗਾਰ ਖੋਇਆ ਜਾ ਰਿਹਾ ਹੈਗਾ। ਉਲਟਾ ਸਰਕਾਰ ਕਹਿ ਰਹੀ ਹੈ ਕਿ ਸ਼ਾਮ ਤੱਕ ਜੇ ਬੰਦ ਨਾ ਹੋਈਆਂ ਤਾਂ ਪਰਚੇ ਹੋਣਗੇ, ਤੇ ਅਸੀਂ ਤਾਂ ਚਾਹੁੰਦੇ ਹਾਂਗੇ ਵੀ ਸਾਡੇ ਤੇ ਪਰਚੀ ਹੋ ਜਾਣੀ ਜੀ, ਇਹ ਤੋਂ ਚੰਗਾ ਤਾਂ ਪਰਚਾ ਹੋ ਜੇ। ਇਹੀ ਕਹਿਣਾ ਚਾਹਾਂਗੇ ਵੀ ਸਾਡਾ ਰੁਜ਼ਗਾਰ ਖੋਇਆ ਜਾਂਦਾ, ਅਸੀਂ ਕੰਮ ਨਹੀਂ ਕਰਨ ਜੋ ਕਰੇ, ਗੋਡੇ ਸਾਡੇ ਦੁਖਦੇ ਨੇ, ਹੋਰ ਕੋਈ ਦਿਹਾੜੀ ਸਾਨੂੰ ਨਹੀਂ ਲੈ ਜਾਂਦਾ। ਸਾਡਾ ਹੀਲਾ ਬਣਨਾ ਚਾਹੀਦਾ, ਕੱਦਣ ਬੰਦ ਸਾਨੂੰ ਦੇਣ ਕੰਮ ਕਿਤੇ, ਆਸੀ ਸਾਨੂੰ ਵੀ ਚੱਲੂ ਕੰਮ ਸਾਡਾ, ਇਹਨਾਂ ਨੇ ਬੰਦ ਕਰਤਾ, ਇਹ ਜਮਾਂ ਹੀ ਠੱਪ ਲਾਤਾ ਸਾਨੂੰ। ਤਾਂ ਇਹ ਰੁਜ਼ਗਾਰ ਸਾਨੂੰ ਜਿਹੜਾ ਸਾਡੇ ਦਾ ਕੋਲੇ ਉਹ ਵੀ ਖੋਇਆ ਜਾਂਦਾ, ਨਵਾਂ ਕੌਣ ਦੇਊ ਸਾਨੂੰ? ਕਿ ਸਾਡਾ ਰੁਜ਼ਗਾਰ ਚੱਲੀ ਜਾਣ ਤੇ ਅਸੀਂ ਰੋਟੀ ਕਮਾ ਕੇ ਖਾ ਲਾਂਗੇ, ਸਾਡੀ ਤਾਂ ਇਹੀ ਮੰਗ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡਾ ਹੱਲ ਕਿਵੇਂ ਬਣੂਗਾ। ਸਾਨੂੰ ਜਵਾਕਾਂ ਨੇ ਵੀ ਘਰੋਂ ਕੱਢਦਾ, ਤੁਸੀਂ ਬਾਜ਼ਾਰ 'ਚੋਂ ਕੱਢ ਰਹੇ ਹੋ, ਵੀ ਸਾਡਾ ਹੱਲ ਕਿੱਥੇ ਹੈ? ਸਾਨੂੰ ਕਿਤੇ ਮਰਜ਼ੀ ਛੱਡ ਕੇ ਆਓ। ਅਸੀਂ ਬੇਰੁਜ਼ਗਾਰ ਬੰਦੇ ਜੀ, ਇਹ ਲੋਨ ਲੈ ਕੇ ਬੁੜੀਆਂ ਦੇ ਉੱਤੇ ਇਹ ਰੇਹੜੀਆਂ ਬਣਵਾਈਆਂ ਜੀ, ਆਪਦੇ ਬੱਚਿਆਂ ਦਾ, ਬਾਲ ਬੱਚਿਆਂ ਦਾ ਢਿੱਡ ਭਰਦਾ ਜੀ ਇਹੀ ਰੇਹੜੀ 'ਤੇ, ਠੀਕ ਹੈ ਜੀ। ਕਿਰਾਏ 'ਤੇ ਰਹਿੰਦੇ ਹਾਂ ਜੀ, ਹੋਰ ਸਾਡੇ ਕੋਲ ਕੋਈ ਰੁਜ਼ਗਾਰ ਨਹੀਂ ਹੈਗਾ ਜੀ। ਰੁਜ਼ਗਾਰ ਤਾਂ ਜੀ ਸਾਨੂੰ ਮਿਲਨੇ ਆ, ਵਿਹਲੇ ਬੈਠੇ ਰਹਿੰਦੇ ਜੀ ਸਾਰੀ ਦਿਹਾੜੀ, ਸਾਡਾ ਖੋਏ ਜਾ ਰਿਹਾ ਜੀ। ਦੇਖੋ ਜੀ, ਇਹਦੇ ਧੀ ਪੁੱਤ ਪਾਲਦੇ, ਜਵਾਕ ਪਾਲਦੇ, ਕਿਸੇ ਦਾ ਜੇ ਕੋਈ ਹੁੰਦਾ ਗੇੜਾ ਲਾਈਦਾ ਨਹੀਂ, ਵਿਹਲੇ ਬੈਠੇ ਰਹੀਦਾ ਜੀ ਸਾਰੀ ਦਿਹਾੜੀ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਸਾਨੂੰ ਕੋਈ ਟੈਕਸ ਲਾਏ ਵੀ ਟੈਕਸ ਭਰ ਸਕਦੇ ਜੀ, ਭਰਨ ਨੂੰ ਤਿਆਰ ਨਹੀਂ, ਸਾਡਾ ਰੁਜ਼ਗਾਰ ਨਾ ਖੋਇਆ ਜਾਵੇ, ਬਸ ਚੱਕਰ ਇਹੀ ਹੈ ਜੀ, ਬੇਨਤੀ ਹੈ ਸਾਡੀ। ਉਧਰ
ਬਰਨਾਲਾ ਵਿਖੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਨਸਾਫ ਨਾ ਮਿਲਣ ਤੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਅੱਜ ਸੰਯੁਕਤ ਕਿਸਾਨ ਮੋਰਚੇ ਕੰਨਿਓ ਸਾਰੇ ਪੰਜਾਬ ਦੇ ਵਿੱਚ ਸੱਦਾ ਸੀਗਾ। ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਅਜੇ ਮਿਸਰਾ ਦੇ ਮੁੰਡੇ ਤੇ ਅਸੀਸ ਮਿਸਰਾ ਨੇ ਗੱਡੀਆਂ ਚੜਾ ਕੇ ਕਿਸਾਨਾਂ ਨੂੰ ਤੇ ਉਹ ਪੱਤਰਕਾਰ ਨੂੰ ਸ਼ਹੀਦ ਕੀਤਾ ਸੀ। ਉਹਦੇ ਵਿਰੋਧ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੀ ਖਾਤਰ ਅੱਜ ਜਿਹੜੇ ਪੁਤਲੇ ਅਸੀਂ ਸਾੜਿਆ ਡੀਸੀ ਦਫ਼ਤਰਾਂ ਦੇ ਮੂਹਰੇ ਜਿਹੜੇ ਕਿਸਾਨ ਆ ਇਕੱਠੇ ਹੋ ਕੇ ਇੱਥੇ 3 ਜਥੇਬੰਦੀਆਂ ਸੀ ਤੇ ਬਾਕੀ ਦੀਆਂ ਜਿਹੜੀਆਂ ਜਥੇਬੰਦੀਆਂ 10 ਜਥੇਬੰਦੀਆਂ ਨੇ ਕੁੱਲ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਸੱਦਾ ਗਾ ਉਹ 10 ਜਥੇਬੰਦੀਆਂ ਆਪਣਾ ਜਿਹੜਾ ਰਲ ਕੇ ਸਿਰੇ ਚੜਾਉਂਦੀਆਂ ਨੇ ਤੇ 10 ਜਥੇਬੰਦੀਆਂ ਦੇ ਵਿੱਚੋਂ ਆ ਇੱਥੇ 3 ਜਥੇਬੰਦੀਆਂ ਅਸੀਂ ਜਿਹੜਾ ਉਹ ਸਾਰੀਆਂ ਅਜੇ ਮਿਸਰਾ ਟੈਣੀ ਨੂੰ ਮਿਲ ਕੇ ਜਿਹੜਾ ਹਜੇ ਵੀ ਸੈਂਟਰ ਦੀ ਮਿਲ ਕੇ ਉਹਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਲਿਆ ਹੋਇਆ। ਸਾਡੀ ਮੰਗ ਹੈ ਵੀ ਅਸੀਂ ਉਸ ਨੂੰ ਬਰਖਾਸਤ ਕੀਤਾ ਜਾਵੇ ਅਤੇ ਇਹਦੇ ਨਾਲ ਮਿਲ ਕੇ ਜਿਹੜੇ ਸਾਡੇ ਹੋਰ ਕਿਸਾਨਾਂ ਦੇ ਉੱਤੇ ਮਿਲ ਕੇ ਉਹ ਪਾਇਆ ਗਿਆ ਕੇਸ ਪਾਏ ਗਏ ਨੇ ਉਹਨਾਂ ਕੇਸਾਂ ਨੂੰ ਰੱਦ ਕੀਤਾ ਜਾਵੇ ਅਤੇ ਜਿਹੜਾ ਇਹਦੇ ਨਾਲ ਹੀ ਇੱਕ ਹੋਰ ਗੱਲ ਵੀ ਜਿਹੜੇ ਆਪਣੇ ਉੱਥੇ ਗਵਾਹ ਸੀਗੇ ਗਵਾਹ ਨੂੰ ਧਮਕਾਇਆ ਜਾ ਰਿਹਾ ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾਵੇ ਉਹਨਾਂ ਨੂੰ ਮਿਲ ਕੇ ਜਿਹੜਾ ਉਹਨੂੰ ਰਾਹਤ ਦਿੱਤੀ ਜਾਵੇ। ਇਸ ਕਰਕੇ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਮਿਲ ਕੇ ਐਸਕੇਐਮ ਵੱਲੋਂ ਮਿਲ ਕੇ ਅੱਜ ਦਾ ਪ੍ਰੋਗਰਾਮ ਸੀਗਾ ਉਹ ਬਰਨਾਲੇ ਜ਼ਿਲ੍ਹੇ ਦੇ ਵਿੱਚ ਡੀਸੀ ਦਫ਼ਤਰ ਅੱਗੇ ਪੁਤਲੇ ਸਾੜ ਕੇ ਉਹਨੂੰ ਨਿਪਟੇ ਜਾ ਰਹੇ। ਪੰਜਾਬ ਵਿਧਾਨ ਸਭਾ ਦੇ ਵਿੱਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਹਿਮਾਚਲ ਦੇ ਵਿੱਚ ਵੀ ਲਗਾਤਾਰ ਰੈਲੀਆਂ ਕਰਕੇ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗੜਾ ਵਿਖੇ ਹੋਈ ਸਿਆਸੀ ਰੈਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ, ਜਿੱਥੇ ਉਹਨਾਂ ਨੇ ਬੀਜੇਪੀ ਦੇ ਉੱਪਰ ਵੱਡਾ ਸਿਆਸੀ ਹਮਲਾ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਦੇ ਵਿੱਚ ਸਿੱਖਿਆ, ਸਿਹਤ ਅਤੇ विकास लेके आवेगी। मैंने कहते हैं हिमाचल प्रदेश में ईमानदार सरकार नहीं बन सकती। मैंने कहा जी क्यों नहीं बन सकती? बोले जी हिमाचल प्रदेश की सामाजिक और राजनीतिक परिस्थितियां अलग हैं। मैंने कहा भाई साहब परिस्थितियां अलग नहीं है, तुम्हारी नीयत खराब है, इनकी नीयत खराब है, इनकी नीयत चोरी करने की है। कहते हैं हिमाचल प्रदेश में ईमानदार सरकार नहीं बन सकती। बताओ क्यों नहीं बन सकती? देखो जी मेरे को राजनीति करनी तो आती नहीं है, मैं छोटा सा आदमी हूं, आम आदमी हूं। ये गंदी पॉलिटिक्स करते हैं, गंदी राजनीति करते हैं ये लोग, मेरे को राजनीति करनी नहीं आती। मैं पक्का देशभक्त हूं, राष्ट्रवादी हूं, 24 घंटे देश के लिए काम करता हूं, देश के लिए जीता हूं और मेरी जान देश के लिए हाजिर है। अन्ना आंदोलन करा था, अन्ना आंदोलन से निकले हुए लोग हैं हम लोग। भ्रष्टाचार के खिलाफ सबसे बड़ा आंदोलन करा था। दिल्ली के लोगों ने हमको एक मौका दिया। आज दिल्ली के अंदर हमने इतने काम कर दिए, इतने काम कर दिए। आप में से कितने लोग ऐसे हैं जो दिल्ली गए हुए हैं? जरा हाथ खड़े करके बताओ। और कितने ऐसे हैं जिनके दोस्त यार रिश्तेदार दिल्ली में रहते हैं? दिल्ली में हमने स्कूल ठीक करे नहीं करे? हाथ खड़े करके बताना किस किस को पता है। भाई साहब इतने शानदार सरकारी स्कूल कर दिए। जब से मैं अभी आया हूं मेरे को कई लोग मिले, बोले जी हिमाचल प्रदेश के सरकारी स्कूलों का इन्होंने बेड़ा गर्क कर दिया। सूबे दे विच कई सियासी आगुआं दी सुरक्षा सरकार वालों वापस लई गई है ते इस फैसले नूं लैके श्रोमणी अकाली दल संयुक्त दे आगू सुखदेव सिंह ਢੀਂਡਸਾ ने सरकार दे इस फैसले का विरोध किया है। उन्होंने कहा है कि जिन्हां अधिकारियां अते सियासी आगुआं नूं सुरक्षा की लोड़ है उन्हां नूं सुरक्षा जरूर दित्ती जानी चाहिए है। देखो इस तरह तो नहीं करना चाहिए। कईयां नूं सिक्योरिटी की जरूरत भी है, उन्होंने वैसे कहना चाहिए भाई जिन्होंने कोई जरूरत नहीं वो छड़ दो, छड़ देंगे। पर यह कहना कि असीं जी सारे की वापस ले ली, ये कोई मैं समझदा कोई सियाणी गल नहीं है। इतने हालात कोई बहुत चंगे नहीं। रोज़ बंदा हर रोज़ एक अद्धा मरदा है, हर रोज़ कोई दिन ऐसा नहीं लंघदा कि बंदे की डेथ ना हुई हो या मारिया ना गया हो। आम पार्टी ने 1 जुलाई का बिजली के बिल माफ़ करने का टाइम दिता, लगता तुहानूं माफ़ होएगी? देखो ये तो वक्त दसेगा। मैं अज ही कहा भी नहीं होना, उन्होंने किया तो इसका मतलब कोई देख के किया होना, सोच के किया होना।
ਲੇਕਿਨ ਮੈਂ ਇਹ ਕਹਿ ਸਕਦਾ ਕਿ ਇੱਕ ਸੁਣਿਆ ਵੀ 1 ਲੱਖ ਕਰੋੜ ਦੇ ਕਰਜ਼ੇ ਥੱਲੇ ਪੰਜਾਬ ਬਿਜਲੀ ਬੋਰਡ ਹੈਗਾ। ਇੱਕ ਬੰਦੀ ਸਿੰਘ ਦਾ ਰਿਹਾਈ ਦਾ ਕਾਫੀ ਦੇਰ ਤੋਂ ਮੁੱਦਾ ਗੰਭੀਰ ਚੱਲ ਰਿਹਾ, ਉਹਦੇ ਬਾਰੇ ਅਸੀਂ ਕਈ ਲਿਖ ਕੇ ਵੀ ਦੇ ਚੁੱਕੇ ਹਾਂ, ਹੋਮ ਮਿਨਿਸਟਰ ਨੂੰ ਵੀ ਮਿਲ ਚੁੱਕੇ ਹਾਂ, ਪ੍ਰਾਈਮ ਮਿਨਿਸਟਰ ਨੂੰ ਵੀ ਮਿਲ ਚੁੱਕੇ ਹਾਂ, ਔਰ ਉਹਨਾਂ ਨੇ ਹੰਗਾਰਾ ਹੀ ਭਰਿਆ ਕਿ ਜਿਹੜੇ ਬੰਦੇ ਸਿੰਘ ਬੰਦੀ ਪੂਰੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਛੋੜਨਾ ਚਾਹੀਦਾ। ਅਤੇ ਹੁਣ ਕਦੋਂ ਛੱਡਣਾ ਹੈ ਇਹ ਤਾਂ ਹੁਣ ਸਰਕਾਰਾਂ ਹੀ ਕਰਦੀ ਹੈ। ਕਈ ਕੋਰਟ 'ਚ ਗਏ ਹੋਏ ਨੇ, ਜਿਵੇਂ ਬਿੱਟਾ ਗਿਆ ਜਾਂ ਬਿੱਟੂ ਗਿਆ, ਇਸ ਤਰ੍ਹਾਂ ਕੁਛ ਕੋਰਟ 'ਚ ਵੀ ਗਏ ਨੇ, ਉਹਦੀ ਵੀ ਕੋਸ਼ਿਸ਼ ਹੋ ਰਹੀ ਹੈ ਕਿ ਉਹਨਾਂ ਤੋਂ ਵਿਡਰਾ ਕੀਤਾ ਜਾਵੇ, ਕੇਸ ਵੀ ਵਿਡਰਾ ਕਰਾਇਆ ਜਾਏ। ਤੇ ਉਧਰ ਦਿੱਲੀ ਵਿਖੇ ਕਾਂਗਰਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਨੂੰ ਪਾਰਟੀ ਦੀ ਸੀਨੀਅਰ ਆਗੂ ਸੁਪ੍ਰਿਆ ਸ਼੍ਰੀਨਾਥੇ ਨੇ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਬੀਜੇਪੀ ਦੀ ਕੇਂਦਰ ਦੀ ਸਰਕਾਰ ਉੱਪਰ ਲਗਾਤਾਰ ਮਹਿੰਗਾਈ ਨੂੰ ਵਧਾਉਣ ਵਾਲੀਆਂ ਨੀਤੀਆਂ ਲਾਗੂ ਕਰਨ ਦੇ ਇਲਜ਼ਾਮ ਲਗਾਏ ਨੇ। ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਉਹਨਾਂ ਨੇ ਵੱਧ ਰਹੀ ਮਹਿੰਗਾਈ ਲਈ ਜ਼ਿੰਮੇਵਾਰ ਦੱਸਿਆ ਹੈ। ये सच है कि जब महंगाई का नाम लीजिए तो पेट्रोल, डीजल, रसोई गैस पर आकर बातें रुक जाती हैं, हाहाकार उस पर मच जाता है। 1000 रुपए का रसोई गैस है, 100 के पार पेट्रोल है, 90 का आंकड़ा डीजल क्रॉस किए हुए कई जगहों पर, तो हाहाकार उस पर मचता है। और इस मंच के माध्यम से भी हम लोगों ने कई बार सोती हुई सरकार को जगाने का प्रयास किया है, लेकिन वस्तुतः स्थिति जो है वो और भी शर्मनाक है और समझ में नहीं आता ये सरकार ऐसा क्यों कर रही है। अमृतकाल कहा जाता है बार बार, मोदी जी या उनके मंत्रियों से जब बात करिए तो वो कहते हैं अमृतकाल है। ऐसा गजब अमृतकाल आया है और आंकड़े आपको बताते हैं कि 2014 से लेकर 2022 आज जब हम बात कर रहे हैं तो पेट्रोल, डीजल, रसोई गैस के दाम तो बढ़े ही हैं और प्रायः इसी पर ही वाद विवाद शुरू हो जाता है। दाम सबसे ज़्यादा बढ़े हैं आटे के, चाय पत्ती के, सब्जियों के, खाने के तेल के, दूध के। और एक बेस ईयर कंपैरिजन होता है जो अभी कंज्यूमर प्राइस इन्फ्लेशन हम लोग जो ट्रैक करते हैं, रिटेल इन्फ्लेशन, खुदरा इन्फ्लेशन, जिसकी दर 6.95% है अभी, उसका बेस ईयर से अगर हम कंपैरिजन देखें तो जनवरी 2014 से मार्च के अंत 2022 में परसेंटेज वाइज जिन चीज़ों का दाम बढ़ा है उसमें 299 चीज़ों की एक लिस्ट होती है सीपीआई में, उसमें से 235 चीज़ों का दाम करीब 80% चीज़ों का दाम पेट्रोल के मुकाबले ज़्यादा बढ़ा है 2014 से लेकर 2022 तक। ਮਲੇਰੀਆ ਤੇ ਡੇਂਗੂ ਵਰਗੀਆਂ ਬਿਮਾਰੀਆਂ ਦੇ ਖਿਲਾਫ ਸਿਹਤ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਮਾਨਸਾ ਵਿਖੇ ਵੀ ਅਜਿਹਾ ਹੀ ਇੱਕ ਮੈਡੀਕਲ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਜੇ ਸਿੰਗਲਾ ਨੇ ਕਿਹਾ ਕਿ ਸੂਬੇ ਦੇ ਵਿੱਚ 30,000 ਸਿਹਤ ਵਿਭਾਗ ਦੇ ਵਿੱਚ 30,000 ਅਸਾਮੀਆਂ ਕੱਢੀਆਂ ਜਾਣਗੀਆਂ। ਹਾਂਜੀ, ਹਰ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ, ਪਰ ਅੱਜ 23 ਤਰੀਕ ਨੂੰ ਅੱਜ ਪੰਜਾਬ ਦਾ ਇਹ ਰਾਜ ਪੱਧਰੀ ਸਮਾਗਮ ਇੱਥੇ ਕੀਤਾ ਕਿਉਂਕਿ ਸਾਡਾ ਟੀਚਾ ਹੈ ਕਿ ਮਲੇਰੀਆ ਨੂੰ ਅਸੀਂ 2024 ਤੱਕ ਪੰਜਾਬ ਚੋਂ ਖਤਮ ਕਰਨਾ। ਸੋ ਉਸ ਟੀਚੇ ਤੇ ਚੱਲਦੇ ਹੋਏ ਅੱਜ ਲਗਭਗ ਸਾਡੇ ਕੋਲੇ 10 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ 'ਚ ਕੋਈ ਪੇਸ਼ੈਂਟ ਮਲੇਰੀਆ ਦਾ ਪਿਛਲੇ ਸਾਲ 'ਚ ਨਹੀਂ ਆਇਆ ਔਰ ਅਸੀਂ ਆਸ ਕਰਦੇ ਹਾਂ ਕਿ ਜੋ ਅਸੀਂ 2024 ਦਾ ਟੀਚਾ ਮਿੱਥਿਆ ਕਿ ਮਲੇਰੀਆ ਮੁਕਤ ਪੰਜਾਬ ਕਰਨਾ ਹੈ, ਉਹਦੇ ਵੱਲ ਵਧਦੇ ਹੋਏ ਅੱਜ ਜਿਹੜੇ ਪੰਜਾਬ ਦੇ ਕੋਨੇ-ਕੋਨੇ ਚੋਂ ਸਾਡੇ ਐਪੀਡੈਮੋਲੋਜਿਸਟ, ਸਾਡੇ ਹੈਲਥ ਇੰਸਪੈਕਟਰ, ਸਾਡੇ ਹੋਰ ਜਿਹੜੇ ਸਿਹਤ ਸੇਵਾਵਾਂ ਨਾਲ ਜੁੜੇ ਕਾਰਕੁਨ ਆਏ ਨੇ, ਉਹਨਾਂ ਨਾਲ ਅੱਜ ਵਿਚਾਰਾਂ ਸਾਂਝੀਆਂ ਕੀਤੀਆਂ। ਦੇਖੋ, ਅੱਜ ਵਿਸ਼ਵ ਮਲੇਰੀਆ ਦਿਵਸ ਸੰਬੰਧ ਦੇ ਵਿੱਚ ਰਾਜ ਭਰ ਦਾ ਜਿਹੜਾ ਪ੍ਰੋਗਰਾਮ ਸੀ ਮਲੇਰੀਆ ਦਾ ਸੰਬੰਧ ਮਾਨਸਾ ਵਿਖੇ ਮਨਾਇਆ ਗਿਆ ਸੀਗਾ। ਸਾਡੇ ਸਿਹਤ ਮੰਤਰੀ ਮਾਨਯੋਗ ਡਾਕਟਰ ਵਿਜੇ ਸਿੰਗਲਾ ਜੀ ਦੀ ਪ੍ਰਧਾਨਗੀ ਹੇਠ ਹੋਇਆ ਕੰਮ। ਸੋ ਸਾਰੇ ਕਾਫੀ ਜ਼ਿਲ੍ਹਿਆਂ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਮਲੇਰੀਆ ਅਫਸਰ, ਡਾਇਰੈਕਟਰ ਹੈਲਥ ਮਿਸ਼ਨ, ਸਾਡੇ SSP ਸਾਹਿਬ, ਡੀ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਔਰ ਪੂਰੇ ਪੰਜਾਬ ਨੂੰ ਇੱਕ ਮਲੇਰੀਆ ਮੁਕਤ ਕਰਨ ਵਾਸਤੇ ਜਿਹੜਾ ਸਟ੍ਰੈਟਜੀ ਅੱਗੇ ਇਹ ਲਿਖੀ ਜਾਊਗੀ। ਇਸ ਤੋਂ ਪਹਿਲਾਂ ਸਰਕਾਰਾਂ ਨੇ ਜਿਹੜੀਆਂ ਬਿਮਾਰੀਆਂ ਨੇ, ਬੇਸਿਕ ਬਿਮਾਰੀਆਂ ਜਿਹੜੀਆਂ ਅਸੀਂ ਲੋਕਾਂ ਨੂੰ ਆਮ ਪੀੜਤ ਕਰਦੀਆਂ ਨੇ, ਉਹਨਾਂ ਦੇ ਖਤਮ ਕਰਨ ਵਾਸਤੇ ਕਦਮ ਚੁੱਕਿਆ ਸੀ। ਸੂਬੇ ਦੀਆਂ ਪ੍ਰਮੁੱਖ ਸਿਆਸੀ ਅਤੇ ਸਮਾਜਿਕ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।